ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀਆਂ ਦੇ ਨਾਲ ਮੋਹਨਦਾਸ ਕਰਮਚੰਦ ਗਾਂਧੀ ਦੀਆਂ ਉਹਨਾਂ ਮਾੜੀਆਂ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਤੋਂ ਅੱਜ ਵੀ ਦੁਨੀਆ ਅਣਜਾਣ ਹੈ। ਜਿਵੇਂ ਆਪ ਸਭ ਨੂੰ ਪਤਾ ਹੈ ਕਿ ਸਰਦਾਰ ਭਗਤ ਸਿੰਘ ਦੀ ਫਾਂਸੀ 'ਤੇ 47 ਵਿੱਚ ਹੋਈ ਵੰਡ, ਜਿਸ ਦਾ ਸਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਹੰਢਾਇਆ ਸੀ। ਇਹ ਦੋਹਾਂ ਮਸਲਿਆਂ ਦਾ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ। ਅੱਜ ਆਪ ਜੀਆਂ ਦੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਗਾਂਧੀ ਦੀਆਂ ਉਹਨਾਂ ਗਲਤੀਆਂ ਬਾਰੇ ਜਿਨ੍ਹਾਂ ਦੀ ਸਜ਼ਾ ਦੇਸ਼ ਅੱਜ ਵੀ ਭੁਗਤ ਰਿਹਾ ਹੈ, ਅਤੇ ਨਾਲ ਹੀ ਗਾਂਧੀ ਦੀ ਪਰਸਨਲ ਲਾਈਫ 'ਤੇ ਵੀ ਝਾਤ ਮਾਰਾਂਗੇ ਕਿ ਕਿਉਂ ਉਹ ਆਪਣੀ ਭਤੀਜੀ ਅਤੇ ਹੋਰ ਔਰਤਾਂ ਦੇ ਨਾਲ ਨੰਗਾ ਹੀ ਨਹਾਉਂਦਾ ਅਤੇ ਨੰਗਾ ਹੀ ਸੌਂਦਾ ਸੀ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਅਸੀਂ ਉਹ ਇਤਿਹਾਸ ਤੁਹਾਡੇ ਤੱਕ ਪਹੁੰਚਾ ਸਕੇ ਜੋ ਸਰਕਾਰਾਂ ਨੇ ਅੱਜ ਤੱਕ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਨਾ ਮਿਲਵਰਤਨ ਅੰਦੋਲਨ ਨੂੰ ਵਾਪਸ ਲੈਣਾ ਗਾਂਧੀ ਦੀਆਂ ਗਲਤੀਆਂ ਵਿੱਚੋਂ ਸਭ ਤੋਂ ਵੱਡੀ ਗਲਤੀ ਸੀ। ਨਾ ਮਿਲਵਰਤਨ ਅੰਦੋਲਨ ਨੂੰ ਵਾਪਸ ਲੈਣਾ ਗੱਲ 1920 ਦੀ ਹੈ। ਇਸ ਅੰਦੋਲਨ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਭਾਰਤ ਦੇ ਲੋਕਾਂ ਨੇ ਅੰਗਰੇਜ਼ਾਂ ਦਾ ਸਮਾਨ ਲੈਣਾ ਬੰਦ ਕਰ ਦਿੱਤਾ ਸੀ ਅਤੇ ਅੰਗਰੇਜ਼ਾਂ ਦੇ ਸਮਾਨ ਨੂੰ ਇਕੱਠਾ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਚੌਰਾਹੇ ਵਿੱਚ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਸੀ, ਅਤੇ ਜਿਨ੍ਹਾਂ ਲੋਕਾਂ ਦਾ ਘਰ ਅੰਗਰੇਜ਼ਾਂ ਦੀ ਨੌਕਰੀ ਕਰਕੇ ਚੱਲਦਾ ਸੀ, ਗਾਂਧੀ ਨੇ ਉਹਨਾਂ ਨੂੰ ਆਦੇਸ਼ ਦਿੱਤਾ ਅਤੇ ਉਹਨਾਂ ਨੇ ਗਾਂਧੀ ਦੇ ਕਹਿਣ 'ਤੇ ਅੰਗਰੇਜ਼ਾਂ ਦੀਆਂ ਨੌਕਰੀਆਂ ਛੱਡ ਦਿੱਤੀਆਂ। ਪਰ ਚੋਰਾ ਚੋਰੀ ਨਾਂ ਦੀ ਜਗ੍ਹਾ 'ਤੇ ਇੱਕ ਘਟਨਾ ਵਾਪਰੀ। ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ 'ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। ਆਪਣੇ ਨਿਰਦੋਸ਼ ਸਾਥੀਆਂ ਨੂੰ ਗੋਲੀਆਂ ਖਾਂਦੇ ਹੋਏ ਵੇਖ ਕੇ ਭੀੜ ਬੇਕਾਬੂ ਹੋ ਗਈ ਅਤੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਘੇਰ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਅਤੇ ਥਾਣੇ ਨੂੰ ਅੱਗ ਲਗਾ ਦਿੱਤੀ। ਇਸ ਗੱਲ 'ਤੇ ਗਾਂਧੀ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਇਹ ਸਭ ਗਾਂਧੀ ਦੇ ਅਸੂਲਾਂ ਦੇ ਖਿਲਾਫ ਸੀ। ਜਦੋਂ ਅੰਦੋਲਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਸੀ, ਜਦੋਂ ਆਜ਼ਾਦੀ ਸਾਡੇ ਬੂਹੇ 'ਤੇ ਖੜ੍ਹੀ ਸੀ, ਉਦੋਂ ਗਾਂਧੀ ਨੇ ਇਹ ਅੰਦੋਲਨ ਵਾਪਸ ਲੈ ਲਿਆ ਕਿਉਂਕਿ ਚੋਰਾ ਚੋਰੀ ਨਾਂ ਦੀ ਜਗ੍ਹਾ 'ਤੇ ਜੋ ਸਾਰੀ ਘਟਨਾ ਵਾਪਰੀ ਸੀ ਉਹ ਗਾਂਧੀ ਦੇ ਅਸੂਲਾਂ ਦੇ ਖਿਲਾਫ ਸੀ ਅਤੇ ਉਸ ਨੂੰ ਦੇਸ਼ ਨਾਲੋਂ ਆਪਣੇ ਅਸੂਲ ਜ਼ਿਆਦਾ ਪਿਆਰੇ ਸੀ। ਇਸ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਿਲ 19 ਲੋਕਾਂ ਨੂੰ ਫਾਂਸੀ ਹੋਈ। 6 ਪੁਲਿਸ ਮੁਲਾਜ਼ਮ ਕਸਟਡੀ ਵਿੱਚ ਮਾਰੇ ਗਏ। 110 ਲੋਕਾਂ ਨੂੰ ਉਮਰ ਕੈਦ ਹੋਈ ਜਿਨ੍ਹਾਂ ਨੂੰ ਬਾਅਦ ਵਿੱਚ ਕਾਲਾ ਪਾਣੀ ਭੇਜ ਦਿੱਤਾ ਗਿਆ। ਇਹ ਸਾਰੀਆਂ ਸਜ਼ਾਵਾਂ ਇੱਕ ਗਲਤ ਡਿਸੀਜਨ ਕਰਕੇ ਹੋਈਆਂ। ਦੇਸ਼ ਨੂੰ ਲਗਭਗ 30 ਸਾਲ ਹੋਰ ਗੁਲਾਮੀ ਝੇਲਣੀ ਪਈ ਅਤੇ ਇਹਨਾਂ ਸਾਲਾਂ ਵਿੱਚ ਜਿੰਨੀਆਂ ਵੀ ਨਜਾਇਜ਼ ਮੌਤਾਂ ਹੋਈਆਂ ਉਹ ਇਸ ਗਲਤੀ ਦਾ ਹੀ ਨਤੀਜਾ ਸੀ। ਹਜ਼ਾਰਾਂ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ। ਸੰਨ 1942 ਵਿੱਚ ਭਾਰਤ ਛੱਡੋ ਮੂਵਮੈਂਟ ਦੌਰਾਨ ਇੱਕ ਵਾਰ ਫਿਰ ਇਹੋ ਜਿਹਾ ਮੌਕਾ ਆਇਆ ਜਦੋਂ ਭਾਰਤ ਵਾਸੀ ਅੰਗਰੇਜ਼ਾਂ 'ਤੇ ਭਾਰੀ ਪੈ ਰਹੇ ਸਨ। ਆਜ਼ਾਦੀ ਇੱਕ ਵਾਰ ਫਿਰ ਸਾਡੇ ਬੂਹੇ 'ਤੇ ਹੀ ਖੜ੍ਹੀ ਸੀ। ਤਦ ਅੰਗਰੇਜ਼ਾਂ ਨੇ ਆਪਣੀ ਅੰਤਿਮ ਚਾਲ ਚੱਲਦਿਆਂ ਹੋਇਆਂ ਆਖਿਆ, ਤੁਸੀਂ ਦੂਸਰੀ ਸੰਸਾਰ ਜੰਗ ਭਾਵ ਵਰਲਡ ਵਾਰ 2 ਵਿੱਚ ਸਾਡਾ ਸਾਥ ਦਿਓ, ਬਦਲੇ ਵਿੱਚ ਅਸੀਂ ਦੇਸ਼ ਨੂੰ ਆਜ਼ਾਦ ਕਰ ਦੇਵਾਂਗੇ। ਆਦਤ ਮੁਤਾਬਿਕ ਗਾਂਧੀ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਅੰਗਰੇਜ਼ਾਂ ਨੂੰ ਜੰਗ ਖਤਮ ਹੋਣ ਤੱਕ ਦਾ ਸਮਾਂ ਦੇ ਦਿੱਤਾ। ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਿਣ ਵਾਲੇ ਗਾਂਧੀ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਫੌਜ ਵਿੱਚ ਸ਼ਾਮਿਲ ਹੋ ਕੇ ਅੰਗਰੇਜ਼ਾਂ ਦਾ ਸਾਥ ਦਿਓ। ਉਸ ਸਮੇਂ ਸਿਰਫ ਗਾਂਧੀ ਦੇ ਕਹਿਣ 'ਤੇ 25 ਲੱਖ ਨੌਜਵਾਨ ਬਿਨਾਂ ਕਿਸੇ ਤਨਖਾਹ ਤੋਂ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋ ਗਏ ਅਤੇ ਪੂਰੀ ਜੀ ਜਾਨ ਲਾ ਕੇ ਲੜੇ। ਦੂਜੇ ਸੰਸਾਰ ਜੰਗ ਵਿੱਚ ਇੰਗਲੈਂਡ, ਅਮਰੀਕਾ, ਫਰਾਂਸ, ਇਟਲੀ ਤੋਂ ਵੀ ਵੱਧ 87,000 ਫੌਜੀ ਸ਼ਹੀਦ ਹੋਏ। ਇਹਨਾਂ ਬੇਦੋਸ਼ੀਆਂ ਦਾ ਇਸ ਜੰਗ ਦੇ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਸੀ। ਗਾਂਧੀ ਦੇ ਗਲਤ ਫੈਸਲੇ ਕਰਕੇ ਆਪਣੀ ਜਾਨ ਗਵਾ ਬੈਠੇ। ਇਸ ਫੈਸਲੇ ਦਾ ਅਸਰ ਇੱਥੋਂ ਹੀ ਨਹੀਂ ਖਤਮ ਹੋਇਆ। ਮੌਕਾ ਦੇਖ ਕੇ ਅੰਗਰੇਜ਼ਾਂ ਨੇ ਭਾਰਤ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਕਰ ਦਿੱਤੀ ਜੋ ਕਿ ਭਾਰਤ ਵੰਡ ਦਾ ਸਭ ਤੋਂ ਵੱਡਾ ਕਾਰਨ ਬਣੀ। ਤੁਹਾਨੂੰ ਦੱਸ ਦਈਏ ਕਿ ਮੁਸਲਿਮ ਲੀਗ ਅਤੇ ਉਸਦੇ ਮੁਖੀ ਮੁਹੰਮਦ ਅਲੀ ਜਿਨ੍ਹਾਂ ਨੂੰ ਮੁਸਲਮਾਨਾਂ ਨੇ ਤਾਂ ਆਪਣਾ ਨੇਤਾ ਕਦੀ ਮੰਨਿਆ ਹੀ ਨਹੀਂ ਸੀ। ਇਹ ਤਾਂ ਇੱਕ ਪਾਲਿਸੀ ਸੀ। ਭਾਰਤ ਵਿੱਚ ਵੰਡ ਪਾਉਣ ਤੋਂ ਲੈ ਕੇ ਮੁਸਲਿਮ ਲੀਗ ਦੇ ਹਰ ਕੰਮ ਦੀ ਫੰਡਿੰਗ ਅੰਗਰੇਜ਼ ਸਰਕਾਰ ਆਪ ਕਰ ਰਹੀ ਸੀ ਤਾਂ ਜੋ ਭਾਰਤ ਵਿੱਚ ਧਰਮ ਆਧਾਰ 'ਤੇ ਪਾੜ ਪਾਈ ਜਾ ਸਕੇ। ਜਿਨ੍ਹਾਂ ਦੀ ਮੰਗ 'ਤੇ ਭਾਰਤ ਦੇ ਟੋਟੇ ਕਰਨ ਦੀ ਗੱਲ ਕੀਤੀ ਅਤੇ ਗਾਂਧੀ
ਨੇ ਬਹੁਤ ਛੇਤੀ ਅੰਗਰੇਜ਼ਾਂ ਅੱਗੇ ਹੱਥ ਖੜ੍ਹੇ ਕਰ ਦਿੱਤੇ। ਇਸ ਨੂੰ ਕੰਪੇਅਰ ਕਰੀਏ ਤਾਂ ਇਹੋ ਜਿਹੀ ਸਥਿਤੀ ਅਮਰੀਕਾ ਦੀ ਆਜ਼ਾਦੀ ਸਮੇਂ ਅਬਰਾਹਿਮ ਲਿੰਕਨ ਦੇ ਸਾਹਮਣੇ ਆਈ ਸੀ, ਪਰ ਉਸ ਸਮੇਂ US ਲੀਡਰ ਅਬਰਾਹਿਮ ਲਿੰਕਨ ਨੇ ਹੱਥ ਖੜ੍ਹੇ ਨਹੀਂ ਕੀਤੇ ਤੇ ਸੰਘਰਸ਼ ਦਾ ਰਾਹ ਚੁਣਿਆ, ਜਿਸ ਕਾਰਨ ਅਮਰੀਕਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਬਣ ਸਕਿਆ। ਗਾਂਧੀ ਦੇ ਪਿੱਛੇ ਹਟਣ ਦੇ ਫੈਸਲੇ ਨੇ ਜੰਗ ਵਿੱਚ ਭਾਰਤ ਦੇ ਲੱਖਾਂ ਹੀ ਪੁੱਤ ਮਰਾ ਦਿੱਤੇ। ਭਾਰਤ ਜੋ ਕਿ ਏਕਤਾ ਦਾ ਪ੍ਰਤੀਕ ਸੀ, ਧਰਮ ਆਧਾਰ 'ਤੇ ਵੰਡ ਹੋਈ, ਦੰਗੇ ਫਸਾਦ ਹੋਏ, ਔਰਤਾਂ ਦੇ ਬਲਾਤਕਾਰ ਹੋਏ, ਕਤਲ ਹੋਏ, ਇਸ ਤੋਂ ਕਈ ਗੁਣਾ ਵੱਧ ਲੋਕ ਬੇਘਰ ਹੋਏ। ਪਰ ਗਾਂਧੀ ਦਾ ਹੱਲੇ ਵੀ ਅਹਿੰਸਾ ਦੇ ਪੁਜਾਰੀ ਦਾ ਚੋਲਾ ਪਾਈ ਬੈਠਾ ਸੀ। ਸਰਦਾਰ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ਼ ਨਾ ਕਰਵਾਉਣਾ। ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਸਰਦਾਰ ਭਗਤ ਸਿੰਘ ਨੇ ਗ੍ਰਿਫਤਾਰੀ ਦਿੱਤੀ। ਬਾਅਦ ਵਿੱਚ ਸਰਦਾਰ ਭਗਤ ਸਿੰਘ ਜੀ ਜੇਲ੍ਹ ਵਿੱਚ ਸਨ। ਗ੍ਰਿਫਤਾਰੀ ਸਮੇਂ ਉਹਨਾਂ ਕੋਲ ਜਿਹੜੀ ਰਿਵਾਲਵਰ ਬਰਾਮਦ ਹੋਈ, ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਰਿਵਾਲਵਰ ਨਾਲ ਹੀ ਅੰਗਰੇਜ਼ ਅਫਸਰ ਸਾਂਡਰਸ ਦਾ ਕਤਲ ਕੀਤਾ ਗਿਆ ਸੀ। ਇਸ ਲਈ ਸਾਂਡਰਸ ਮਰਡਰ ਕੇਸ ਵਿੱਚ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ। ਇਸ ਦੇ ਵਿਰੋਧ ਵਿੱਚ ਭਾਰਤ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਹਾਲਾਤਾਂ 'ਤੇ ਕਾਬੂ ਪਾਉਣ ਲਈ ਬ੍ਰੇਵਿਸ ਬੋਇਲਸ ਰਾਏ ਨੇ ਕੁਝ ਮੁੱਖ ਭਾਰਤੀ ਨੇਤਾਵਾਂ ਨੂੰ ਗੋਲਮੇਜ ਕਾਨਫਰੰਸ ਵਿੱਚ ਹਿੱਸਾ ਲੈਣ ਨੂੰ ਲੰਡਨ ਬੁਲਾਇਆ। ਗਾਂਧੀ ਨੇ ਵੀ ਇਸ ਵਿੱਚ ਹਿੱਸਾ ਲਿਆ। ਇਸ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ 5 ਮਾਰਚ ਨੂੰ ਗਾਂਧੀ ਦੇ ਉੱਤੇ ਇੱਕ ਸਮਝੌਤਾ ਹੋਇਆ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਜਿੰਨੇ ਵੀ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ, ਉਹਨਾਂ ਸਾਰਿਆਂ ਨੂੰ ਰਿਹਾ ਕਰ ਦਿੱਤਾ ਗਿਆ। ਪਰ ਤਿੰਨਾਂ ਸੂਰਮਿਆਂ ਦੀ ਫਾਂਸੀ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੋਇਆ ਤੇ ਨਾ ਹੀ ਗਾਂਧੀ ਨੇ ਇਸ ਦਾ ਕੋਈ ਹੱਲ ਕੱਢਿਆ। 23 ਮਾਰਚ 1931 ਈਸਵੀ ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਤੈਅ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ। ਦੇਸ਼ ਵਿੱਚ ਅੰਗਰੇਜ਼ਾਂ ਦੇ ਨਾਲ ਗਾਂਧੀ ਦੇ ਖਿਲਾਫ ਵੀ ਪ੍ਰਦਰਸ਼ਨ ਹੋਣ ਲੱਗੇ। 25 ਮਾਰਚ ਨੂੰ ਕਰਾਚੀ ਵਿੱਚ ਕਾਂਗਰਸ ਦਾ ਆਲ ਇੰਡੀਆ ਅਧਿਵੇਸ਼ਨ ਰੱਖਿਆ ਗਿਆ। ਗਾਂਧੀ ਦਾ ਵਿਰੋਧ ਕਰਨ ਵਾਲੇ ਲੋਕ ਇੱਥੇ ਪਹੁੰਚੇ। ਉਹਨਾਂ ਨੇ ਗਾਂਧੀ ਨੂੰ ਕਾਲੇ ਕੱਪੜੇ ਦਾ ਫੁੱਲ ਭੇਟ ਕੀਤਾ ਤੇ ਖੂਨੀ ਵਾਪਸ ਜਾਓ ਤੇ ਗਾਂਧੀ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਗਾਂਧੀ ਕਹਿਣ ਲੱਗਾ ਮੇਰੇ ਅਸੂਲਾਂ ਅਨੁਸਾਰ ਕਿਸੇ ਵੀ ਚੋਰ, ਪੁਚੱਕੇ, ਗੁੰਡੇ ਜਾਂ ਖੂਨੀ ਨੂੰ ਮੌਤ ਦੀ ਸਜ਼ਾ ਦੇਣਾ ਗਲਤ ਹੈ। ਇਸ ਦਾ ਅਰਥ ਹੈ ਕਿ ਗਾਂਧੀ ਇਹਨਾਂ ਦੇਸ਼ ਦੇ ਮਹਾਨ ਪੁੱਤਰਾਂ ਨੂੰ ਕਿਸੇ ਗੁੰਡੇ, ਖੂਨੀ ਤੋਂ ਵੱਧ ਨਹੀਂ ਸਮਝਦਾ। ਉਸ ਅਧਿਵੇਸ਼ਨ ਵਿੱਚ ਭਗਤ ਸਿੰਘ ਦਾ ਬਚਪਨ ਦਾ ਦੋਸਤ ਵੀ ਸ਼ਾਮਿਲ ਸੀ। ਉਸਨੇ ਆਪਣੀ ਕਿਤਾਬ ਵਿੱਚ ਸਭਾ ਦਾ ਮਾਹੌਲ ਰਲਵਾ ਮਿਲਵਾ ਦੱਸਿਆ। ਕੁਝ ਲੋਕ ਗਾਂਧੀ ਦਾ ਵਿਰੋਧ ਕਰ ਰਹੇ ਸੀ ਤੇ ਕੁਝ ਸਾਥ ਦੇ ਰਹੇ ਸੀ, ਪਰ ਗਾਂਧੀ ਨੇ ਆਪਣੀ ਮਿੱਠੀ ਆਵਾਜ਼ ਤੇ ਗੋਲਮੋਲ ਗੱਲਾਂ ਨਾਲ ਸਭ ਨੂੰ ਇਹ ਵਿਸ਼ਵਾਸ ਦਿਲਾ ਦਿੱਤਾ ਕਿ ਭਗਤ ਸਿੰਘ ਨੂੰ ਬਚਾਉਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਸਨ, ਮੈਂ ਕੀਤੀਆਂ। ਗਾਂਧੀ ਆਪਣੀ ਕਿਤਾਬ ਹਿੰਦੂ ਸਵਰਾਜ ਵਿੱਚ ਲਿਖਦਾ ਹੈ ਕਿ ਕਿਸ ਨੇ ਕਿਹਾ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। 23 ਮਾਰਚ ਨੂੰ ਮੈਂ ਲਾਰਡ ਐਰਵਿਨ ਨੂੰ ਇੱਕ ਨਿੱਜੀ ਪੱਤਰ ਲਿਖਿਆ, ਜਿਸ ਵਿੱਚ ਮੈਂ ਆਪਣੀ ਸਾਰੀ ਆਤਮਾ ਉਧੇੜ ਦਿੱਤੀ, ਪਰ ਇਸ ਦਾ ਗੋਰੇ ਅਫਸਰ 'ਤੇ ਕੋਈ ਅਸਰ ਨਹੀਂ ਹੋਇਆ। ਪਰ ਜਦੋਂ ਅਸੀਂ ਇਸ ਗੱਲ ਨੂੰ ਖੋਜਦੇ ਹਾਂ ਤਾਂ ਗਾਂਧੀ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਪਹਿਲਾਂ ਗੱਲ ਕਰਦੇ ਹਾਂ ਉਸ ਪੱਤਰ ਦੀ। ਗਾਂਧੀ ਨੇ ਜੋ ਪੱਤਰ ਐਰਵਿਨ ਨੂੰ ਲਿਖਿਆ ਸੀ, ਗਾਂਧੀ ਕਹਿੰਦਾ ਹੈ ਕਿ ਇਸ ਪੱਤਰ ਤੋਂ ਭਾਵ ਤੁਹਾਡੇ ਉੱਤੇ ਜ਼ੁਲਮ ਕਰਨ ਦੇ ਬਰਾਬਰ ਹੈ। ਪਰ ਭਾਰਤ ਦੇ ਲੋਕ ਭਗਤ ਸਿੰਘ ਦੀ ਫਾਂਸੀ ਮਾਫ਼ ਕਰਾਉਣਾ ਚਾਹੁੰਦੇ ਹਨ। ਜੇ ਭਗਤ ਸਿੰਘ ਨੂੰ ਫਾਂਸੀ ਹੋ ਗਈ ਤਾਂ ਦੇਸ਼ ਦੇ ਹਾਲਾਤ ਵਿਗੜ ਸਕਦੇ ਹਨ ਤੇ ਦੰਗੇ ਫਸਾਦ ਵੀ ਹੋ ਸਕਦੇ ਹਨ। ਜੇ ਹੋ ਸਕੇ ਤਾਂ ਫਾਂਸੀ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਜਾਵੇ। ਰਹਿਮ ਕਦੀ ਵੀ ਫਜ਼ੂਲ ਨਹੀਂ ਜਾਂਦਾ। ਇਹ ਪੱਤਰ ਕਲੈਕਟਡ ਆਫ ਗਾਂਧੀ ਨਾਂ ਦੀ ਕਿਤਾਬ ਵਿੱਚ ਪਾਰਟ 45 ਦੇ ਪੇਜ ਨੰਬਰ 333 'ਤੇ ਦਰਜ ਹੈ। ਪਹਿਲੀ ਗੱਲ ਤਾਂ ਗਾਂਧੀ ਨੇ ਐਰਵਿਨ ਨੂੰ ਫਾਂਸੀ ਤੋਂ ਇੱਕ ਦਿਨ ਪਹਿਲਾਂ ਪੱਤਰ ਲਿਖਿਆ ਤੇ ਉਹਦੇ ਵਿੱਚ ਵੀ ਫਾਂਸੀ ਨੂੰ ਟਾਲਣ ਦੀ ਗੱਲ ਕੀਤੀ। ਜੋ ਗਾਂਧੀ ਗੱਲ-ਗੱਲ 'ਤੇ ਧਰਨਾ ਲਾ ਕੇ ਬਹਿ ਜਾਂਦਾ ਸੀ, ਉਹ ਸਿਰਫ ਅੰਗਰੇਜ਼ਾਂ ਨੂੰ ਸਮਝਾ ਰਿਹਾ ਹੈ, ਜਦਕਿ ਜੋ ਲੋਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ, ਗਾਂਧੀ ਉਹਨਾਂ ਵਿੱਚ ਵੀ ਸ਼ਾਮਿਲ ਹੋ ਸਕਦਾ ਸੀ। ਚਿੱਠੀ ਦੇ ਅੰਤ ਵਿੱਚ ਗਾਂਧੀ ਨੇ ਲਿਖਿਆ, ਰਹਿਮ ਕਦੀ ਵੀ ਫਜ਼ੂਲ ਨਹੀਂ ਜਾਂਦਾ। ਜੋ ਸ਼ੂਰਬੀਰ ਧਰਮ ਤੇ ਦੇਸ਼ ਦੇ ਯੋਧੇ ਗੋਰੀ ਸਰਕਾਰ ਅੱਗੇ ਝੁਕੇ ਨਹੀਂ, ਗਾਂਧੀ ਉਹਨਾਂ ਲਈ ਗੋਰੀ ਸਰਕਾਰ ਅੱਗੇ ਰਹਿਮ ਦੀ ਮੰਗ ਕਰ ਰਿਹਾ ਹੈ। ਸਬੂਤਾਂ ਦੇ ਅਨੁਸਾਰ ਪਤਾ ਲੱਗਾ ਹੈ ਕਿ ਗੋਲਮੇਜ ਕਾਨਫਰੰਸ ਵਿੱਚ ਗਾਂਧੀ ਨੇ ਭਗਤ ਸਿੰਘ ਦੀ ਰਿਹਾਈ ਦੀ ਗੱਲ ਵੀ ਨਹੀਂ ਕੀਤੀ।
ਆਜ਼ਾਦੀ ਦੇ ਲਗਭਗ 10 ਸਾਲ ਬਾਅਦ 1958 ਨੂੰ ਇੱਕ ਇੰਟਰਵਿਊ ਵਿੱਚ ਐਰਵਨ ਨੇ ਕਿਹਾ ਕਿ ਸਾਨੂੰ ਤਾਂ ਲੱਗਦਾ ਸੀ ਕਿ ਗਾਂਧੀ ਤੇ ਨਹਿਰੂ ਆਉਣਗੇ ਤੇ ਭਗਤ ਸਿੰਘ ਦੀ ਰਿਹਾਈ ਦੇ ਮੁੱਦੇ ਤੇ ਅੜ ਜਾਣਗੇ, ਪਰ ਇਹੋ ਜਿਹਾ ਕੁਝ ਨਹੀਂ ਹੋਇਆ। ਮੀਟਿੰਗ ਤੋਂ ਪਹਿਲਾਂ ਅਸੀਂ ਮੈਂਟਲੀ ਰੂਪ ਨਾਲ ਆਪਣੇ ਆਪ ਨੂੰ ਇੱਕ ਜ਼ੋਰਦਾਰ ਬਹਿਸਬਾਜ਼ੀ ਲਈ ਤਿਆਰ ਕਰ ਰਹੇ ਸੀ, ਪਰ ਮੀਟਿੰਗ ਵਿੱਚ ਸਾਨੂੰ ਮਹਿਸੂਸ ਹੋਇਆ ਕਿ ਗਾਂਧੀ ਤੇ ਨਹਿਰੂ ਨੂੰ ਫਾਂਸੀ ਦੀ ਸਾਡੇ ਨਾਲੋਂ ਵੀ ਜ਼ਿਆਦਾ ਕਾਹਲੀ ਸੀ। ਜਦੋਂ ਉਹਨਾਂ ਤਿੰਨਾਂ ਸ਼ੂਰਬੀਰਾਂ ਨੇ ਭੁੱਖ ਹੜਤਾਲ ਕਰਕੇ 116 ਦਿਨਾਂ ਤੱਕ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਧਾ, ਉਦੋਂ ਵੀ ਗਾਂਧੀ ਨੇ ਜੇਲ੍ਹ ਵਿੱਚ ਜਾ ਕੇ ਭਗਤ ਸਿੰਘ ਨੂੰ ਮਿਲਣਾ ਜ਼ਰੂਰੀ ਨਹੀਂ ਸਮਝਿਆ, ਕਿਉਂਕਿ ਜਿਸ ਹਿਸਾਬ ਨਾਲ ਨੌਜਵਾਨ ਪੀੜ੍ਹੀ ਵਿੱਚ ਭਗਤ ਸਿੰਘ ਦੀ ਪਛਾਣ ਵੱਧ ਰਹੀ ਸੀ ਤੇ ਗਾਂਧੀ ਦੀ ਚਮਕ ਦਿਨੋਂ ਦਿਨ ਫਿੱਕੀ ਪੈ ਰਹੀ ਸੀ, ਇਸ ਕਰਕੇ ਉਹਨਾਂ ਨੇ ਨੌਜਵਾਨ ਪੀੜ੍ਹੀ ਵਿੱਚ ਸਮਰਥਨ ਪਾਉਣ ਵਾਸਤੇ ਦਿਖਾਵਾ ਹੀ ਕੀਤਾ ਸੀ। ਗਾਂਧੀ ਦੇ ਸਮਾਜਿਕ ਜੀਵਨ ਦੀ ਗੱਲ ਹੁਣ ਆਪਾਂ ਆਪ ਜੀ ਦੇ ਸਾਹਮਣੇ ਰੱਖ ਦਿੱਤੀ ਹੈ। ਹੁਣ ਗੱਲ ਕਰਦੇ ਹਾਂ ਗਾਂਧੀ ਦੇ ਪਰਸਨਲ ਲਾਈਫ ਦੀ। ਵੈਸੇ ਤਾਂ ਸਾਨੂੰ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਦਖਲ ਨਹੀਂ ਦੇਣੀ ਚਾਹੀਦੀ, ਪਰ ਦੇਸ਼ ਤੇ ਸਰਕਾਰ ਨੇ ਗਾਂਧੀ ਨੂੰ ਰਾਸ਼ਟਰਪਿਤਾ ਕਹਿ ਕੇ ਸੰਬੋਧਿਤ ਕੀਤਾ ਹੈ ਤੇ ਉਸ ਦੇ ਜੀਵਨ ਦੀ ਇੱਕ ਹਰਕਤ ਦਾ ਅਸਰ ਲੱਖਾਂ ਲੋਕਾਂ 'ਤੇ ਪੈ ਸਕਦਾ ਹੈ। 2010 ਵਿੱਚ ਕਈ ਵੱਡੇ ਅਵਾਰਡ ਜਿੱਤ ਚੁੱਕੇ ਸਨਮਾਨਜਨ ਲੇਖਕ ਐਡ ਐਡਮਸ ਦੀ ਬੁੱਕ ਵਿੱਚ ਗਾਂਧੀ ਨੈਗਡ ਐਂਬੀਸ਼ਨ ਪਬਲਿਸ਼ ਹੋਈ ਤੇ ਇਸ ਨੇ ਗਾਂਧੀ ਦੇ ਜੀਵਨ 'ਤੇ ਕਈ ਸਵਾਲ ਖੜ੍ਹੇ ਕੀਤੇ। ਸਭ ਤੋਂ ਉੱਤੇ ਹੈ ਆਸ਼ਰਮ ਵਿੱਚ ਔਰਤਾਂ ਨਾਲ ਕੀਤੇ ਗਏ ਪ੍ਰਯੋਗ। ਗਾਂਧੀ ਨੇ 1906 ਵਿੱਚ ਬ੍ਰਹਮਚਾਰ ਧਾਰਿਆ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਬ੍ਰਹਮਚਾਰ ਧਾਰਨ ਕਰਨ ਤੋਂ ਬਾਅਦ ਮਨੁੱਖ ਨੂੰ ਕਾਮ ਵਾਸ਼ਨਾ ਭਾਵ ਸੈਕਸ ਵਰਗੀਆਂ ਐਕਟੀਵਿਟੀਜ਼ ਤੋਂ ਦੂਰ ਰਹਿਣਾ ਪੈਂਦਾ ਹੈ ਤੇ ਇਹਨਾਂ ਸਭ ਚੀਜ਼ਾਂ ਤੋਂ ਦੂਰ ਰਹਿ ਕੇ ਜੀਵਨ ਬਿਤਾਉਣਾ ਪੈਂਦਾ ਹੈ ਤੇ ਗਾਂਧੀ ਨੂੰ ਵੀ ਐਵੇਂ ਕਰਨਾ ਪੈਣਾ ਸੀ। ਇਸ ਨਾਲ ਗਾਂਧੀ ਦੇ ਰਹਿਣ ਸਹਿਣ 'ਤੇ ਬਹੁਤ ਬਦਲਾਵ ਆਇਆ। ਗਾਂਧੀ ਆਪਣੇ ਆਪ ਨੂੰ ਔਰਤਾਂ ਵਿੱਚ ਅਨਕੰਫਰਟੇਬਲ ਫੀਲ ਕਰਨ ਲੱਗਾ। ਇਹਨਾਂ ਔਰਤਾਂ ਵਿੱਚ ਉਸ ਦੀ ਆਪਣੀ ਪੋਤੀ ਮੰਨੂ ਬੈਨ ਵੀ ਸ਼ਾਮਿਲ ਸੀ। ਇਸ ਗੱਲ ਦਾ ਪਤਾ ਲੱਗਣ 'ਤੇ ਲੋਕਾਂ ਵਿੱਚ ਅਸਹਿਮਤੀ ਫੈਲ ਗਈ ਤੇ ਨਹਿਰੂ ਨੇ ਵੀ ਇਸ ਗੱਲ ਨੂੰ ਅਜੀਬ ਦੱਸਿਆ। ਬ੍ਰਹਮਚਾਰ ਧਾਰਨ ਕਰਨ ਤੋਂ 1 ਸਾਲ ਬਾਅਦ ਗਾਂਧੀ ਨੇ ਆਪਣੀ ਅਖਬਾਰ ਇੰਡੀਅਨ ਓਪੀਨੀਅਨ ਵਿੱਚ ਜੋ ਲਿਖਿਆ ਉਹ ਸੁਣ ਕੇ ਤੁਹਾਨੂੰ ਹਾਸਾ ਆਵੇਗਾ, ਪਰ ਇਹ ਗੱਲ ਬਿਲਕੁਲ ਸੱਚ ਹੈ। ਉਹ ਲਿਖਦਾ ਹੈ ਕਿ ਵੈਸੇ ਤਾਂ ਹਰ ਇੱਕ ਨੌਜਵਾਨ ਦਾ ਫਰਜ਼ ਬਣਦਾ ਹੈ ਕਿ ਉਹ ਵਿਆਹ ਨਾ ਕਰਵਾਵੇ, ਫਿਰ ਵੀ ਕਿਸੇ ਕਾਰਨ ਕਰਕੇ ਉਸ ਨੂੰ ਵਿਆਹ ਕਰਵਾਉਣਾ ਪੈਂਦਾ ਹੈ ਤਾਂ ਸਰੀਰਕ ਸੰਬੰਧ ਸਿਰਫ ਵੰਸ਼ ਅੱਗੇ ਵਧਾਉਣ ਵਾਸਤੇ ਹੀ ਕਰੇ। ਅੱਗੇ ਚੱਲ ਕੇ ਗਾਂਧੀ ਨੇ ਇਹੋ ਜਿਹੇ ਕਈ ਆਸ਼ਰਮ ਬਣਾਏ। ਇਹਨਾਂ ਆਸ਼ਰਮਾਂ ਵਿੱਚ ਜਵਾਨ ਮੁੰਡੇ ਕੁੜੀਆਂ ਨੂੰ ਇਕੱਠੇ ਬਿਨਾਂ ਕੱਪੜਿਆਂ ਤੋਂ ਨਹਾਉਣ ਤੇ ਸੌਣ ਨੂੰ ਕਿਹਾ ਜਾਂਦਾ ਸੀ, ਪਰ ਕੋਈ ਸੈਕਸੁਅਲ ਐਕਟੀਵਿਟੀ ਕਰਨ 'ਤੇ ਸਜ਼ਾ ਦਿੱਤੀ ਜਾਂਦੀ ਸੀ। ਇਸ ਬਦਲਾਵ ਨੂੰ ਦੂਰ ਕਰਨ ਦੇ ਨਾਮ 'ਤੇ ਗਾਂਧੀ ਨੇ ਆਸ਼ਰਮ ਵਿੱਚ ਔਰਤਾਂ ਨਾਲ ਕਈ ਪ੍ਰਯੋਗ ਕੀਤੇ। ਉਹ ਔਰਤਾਂ ਨੂੰ ਕੱਪੜੇ ਲਾਹ ਕੇ ਮਸਾਜ ਕਰਨ ਨੂੰ ਕਹਿੰਦਾ ਤੇ ਸਾਰੀ ਰਾਤ ਔਰਤਾਂ ਨਾਲ ਬਿਨਾਂ ਕੱਪੜਿਆਂ ਦੇ ਸੌਂਦਾ ਤੇ ਗਾਂਧੀ ਦੇ ਸੈਕਟਰੀ ਨੇ ਇਹ ਕਿਹਾ ਸੀ ਕਿ ਜਦ ਤੱਕ ਲੋਕ ਤੁਹਾਡੇ ਵਿਚਾਰਾਂ ਨੂੰ ਸਮਝ ਨਹੀਂ ਲੈਂਦੇ ਤਦ ਤੱਕ ਤੁਹਾਨੂੰ ਆਪਣੀ ਪੋਤੀ ਮੰਨੂ ਨਾਲ ਬਿਸਤਰ ਸਾਂਝਾ ਨਹੀਂ ਕਰਨਾ ਚਾਹੀਦਾ। ਗਾਂਧੀ ਨੇ ਅੱਗੋਂ ਜਵਾਬ ਦਿੱਤਾ ਕਿ ਮੰਨੂ ਨਾਲ ਬਿਸਤਰ ਸਾਂਝਾ ਕਰਨਾ ਮੇਰਾ ਫਰਜ਼ ਹੈ। ਗਾਂਧੀ ਦੀਆਂ ਇਹਨਾਂ ਕਰਤੂਤਾਂ ਤੋਂ ਸਭ ਤੋਂ ਨੇੜਿਓਂ ਵੇਖਿਆ ਆਰ.ਪੀ. ਪਿਸ਼ੋਰਾ ਨੇ। ਆਰ.ਪੀ. ਪਿਸ਼ੋਰਾ ਕੇਰਲ ਦਾ ਸਟੂਡੈਂਟ ਸੀ। ਇਸ ਨੇ 2 ਸਾਲਾਂ ਤੱਕ ਗਾਂਧੀ ਲਈ ਟਾਈਪਿਸਟ ਤੇ ਪਰਸਨਲ ਸੈਕਟਰੀ ਦਾ ਕੰਮ ਕੀਤਾ। ਪਿਸ਼ੋਰਾ ਵੀ ਇਹਨਾਂ ਲੱਖਾਂ ਨੌਜਵਾਨਾਂ 'ਚੋਂ ਸੀ ਜੋ ਗਾਂਧੀ ਤੋਂ ਪ੍ਰਭਾਵਿਤ ਸਨ। ਇਸ ਪ੍ਰਭਾਵ ਦੇ ਚੱਲਦੇ ਉਹ ਆਸ਼ਰਮ ਵਿੱਚ ਨੌਕਰੀ ਕਰਨ ਲਈ ਆਇਆ ਤੇ 2 ਸਾਲਾਂ ਵਿੱਚ ਹੀ ਉਸ ਦਾ ਗਾਂਧੀ ਤੋਂ ਮੋਹ ਉੱਠ ਗਿਆ। ਇਸ ਲਈ ਉਸਨੇ ਆਸ਼ਰਮ ਛੱਡ ਦਿੱਤਾ। ਅਸਲ ਵਿੱਚ ਇਹਨਾਂ ਪ੍ਰਯੋਗਾਂ ਦਾ ਆਪਣੀ ਕਾਮ ਵਾਸ਼ਨਾ ਨੂੰ ਕਾਬੂ ਕਰਨ ਲਈ ਸੀ। ਗਾਂਧੀ ਸਮਝਦਾ ਸੀ ਕਿ ਕਾਮ ਵਿੱਚ ਘਿਰਿਆ ਹੋਇਆ ਬੰਦਾ ਜਲਦੀ ਹੀ ਅਹਿੰਸਾ 'ਤੇ ਉਤਰ ਆਉਂਦਾ ਹੈ, ਪਰ ਜੇ ਗੁਰਬਾਣੀ ਪੱਖੋਂ ਦੇਖਿਆ ਜਾਵੇ ਤਾਂ ਜੋ ਮਨੁੱਖ ਰੱਬ ਦਾ ਨਾਮ ਜਪਦਾ ਹੈ, ਇਹ 5 ਵਿਕਾਰ ਅਤੇ ਕਾਮ ਇਹਨਾਂ ਦੀ ਚਮਕ ਦਿਨੋਂ ਦਿਨ ਫਿੱਕੀ ਪੈਂਦੀ ਜਾਂਦੀ ਹੈ। ਇਹਨਾਂ ਚੀਜ਼ਾਂ ਨੂੰ ਵਧਾਵਾ ਦੇਣ 'ਤੇ ਇਹ ਚੀਜ਼ਾਂ ਹੋਰ ਵੱਧਦੀਆਂ ਹਨ, ਨਾ ਕਿ ਘਟਦੀਆਂ। ਆਸ਼ਰਮ ਛੱਡਣ ਤੋਂ ਬਾਅਦ ਉਸਨੇ ਗਾਂਧੀ ਨੂੰ ਇੱਕ ਚਿੱਠੀ ਲਿਖੀ, ਤੁਸੀਂ ਸਾਡੇ ਰਾਸ਼ਟਰਪਿਤਾ ਹੋ। ਜਦੋਂ ਮੈਂ ਪਹਿਲੀ ਵਾਰ ਇਸ ਆਸ਼ਰਮ ਵਿੱਚ ਨੌਕਰੀ ਕਰਨ ਲਈ ਆਇਆ ਤਾਂ ਮੇਰੇ ਮਨ ਵਿੱਚ ਤੁਹਾਡੇ ਲਈ ਤੇ ਇਸ ਆਸ਼ਰਮ ਵਿੱਚ ਰਹਿਣ ਵਾਲਿਆਂ ਲਈ ਡੂੰਘਾ ਸਤਿਕਾਰ ਸੀ, ਪਰ ਅਗਲੇ 24 ਘੰਟਿਆਂ ਵਿੱਚ ਇਸ ਸਤਿਕਾਰ ਦਾ ਬਹੁਤ ਵੱਡਾ ਹਿੱਸਾ ਮੈਂ ਖੋਹ ਦਿੱਤਾ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਔਰਤਾਂ ਨਾਲ ਬਿਨਾਂ ਕੱਪੜਿਆਂ ਦੇ ਨਹਾਉਂਦੇ ਤੇ ਸੌਂਦੇ ਹੋ। ਇਸ ਗੱਲ ਤੋਂ ਮੈਂ ਬਿਲਕੁਲ ਖਿਲਾਫ ਹਾਂ।
ਇਹਨਾਂ ਜਵਾਨ ਬੱਚੇ ਬੱਚੀਆਂ ਨੂੰ ਆਪਣੇ ਪ੍ਰਯੋਗਾਂ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਤੁਸੀਂ ਇੰਨਾ ਤਾਂ ਸੋਚ ਲੈਂਦੇ ਕਿ ਇਹਨਾਂ ਦੇ ਮਨ 'ਤੇ ਕੀ ਬੀਤਦੀ ਹੋਵੇਗੀ। ਇਸ ਕਿਤਾਬ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਗਾਂਧੀ ਦੀ ਘਰਵਾਲੀ, ਜੋ ਇਹਨਾਂ ਸਭ ਪ੍ਰਯੋਗਾਂ ਦੇ ਖਿਲਾਫ ਸੀ, ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਿਣ ਵਾਲਾ ਗਾਂਧੀ ਕਈ ਵਾਰ ਉਸ ਨਾਲ ਮਾਰ ਕੁੱਟ ਵੀ ਕਰਦਾ ਸੀ। ਸੋ ਇਹ ਸੀ ਗਾਂਧੀ ਦੇ ਕਾਰਨਾਮੇ। ਹੁਣ ਆਪ ਜੀ ਦਾਸ ਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।